ਕੋਵਿਡ ਦਾ ਦੌਰ ਲਗਾਤਾਰ ਜਾਰੀ ਆ। ਕੋਵਿਡ ਦੇ ਇਸ ਦੌਰ ਦੇ ਵਿੱਚ ਜਿਸ ਤਰ੍ਹਾਂ ਨਾਲ ਲੋਕਡਾਊਨ ਤੇ ਕਰਫਿਊ ਤੋਂ ਬਾਅਦ ਲੋਕਾਂ ਨੂੰ ਕੰਮ ਕਰਨ ਦੀ ਥੋੜੀ ਰਾਹਤ ਮਿਲੀ ਹੈ, ਲੇਕਿਨ ਪਰ ਫਿਰ ਵੀ ਜਿਹੜਾ ਹੈਗਾ ਦਿਮਾਗੀ ਪਰੇਸ਼ਾਨੀ ਉਹ ਵੀ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਕਰਕੇ ਕਈ ਜਿਹੜੇ ਮਾਮਲੇ ਸਾਹਮਣੇ ਆਏ ਨੇ ਇਸ ਲੋਕਡਾਊਨ ਤੇ ਕਰਫਿਊ ਤੋਂ ਬਾਅਦ ਵੀ ਲੋਕ ਸੁਸਾਈਡ ਬਹੁਤ ਕਰ ਰਹੇ ਨੇ, ਘਰਾਂ ਦੇ ਵਿੱਚ ਕਲੈਸ਼ ਬਹੁਤ ਵੱਧ ਰਹੇ ਨੇ। ਜਿਸ ਤਰ੍ਹਾਂ ਪਿਛਲੇ ਕੁਝ ਦਿਨ ਪਹਿਲਾਂ ਇੱਕ ਪੁਲਿਸ ਵੱਲੋਂ ਵੀ 1500 ਤੋਂ ਜ਼ਿਆਦਾ ਕੇਸ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਜਾਂ ਘਰਾਂ ਦੇ ਵਿੱਚ ਕਲੇਸ਼ ਦੇ ਸਾਹਮਣੇ ਆਏ ਸੀਗੇ। ਕਈ 60 ਤੋਂ ਵੱਧ ਜਿਹੜੇ ਸੁਸਾਈਡ ਕੇਸ ਸਾਹਮਣੇ ਆ ਚੁੱਕੇ ਨੇ। ਅਸੀਂ ਇਸ ਸੰਬੰਧੀ ਗੱਲ ਕਰਾਂਗੇ ਅੱਜ ਮਨੋਵਿਗਿਆਨੀ ਡਾਕਟਰ ਪ੍ਰਿਯੰਕਾ ਕਾਲੜਾ ਨਾਲ। ਕੀ ਕਹਿਣਾ ਚਾਹੁੰਦੇ ਜੇਕਰ ਕਿਸੇ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ, ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾਅ ਕਰ ਸਕਦਾ, ਕੀ ਕਾਰਨ ਹੁੰਦੇ ਨੇ ਇਸ ਤਰ੍ਹਾਂ ਦੇ ਜਿਹੜੇ ਕੇਸ ਸਾਹਮਣੇ ਆਉਂਦੇ ਨੇ, ਜਿਹੜਾ ਮੈਂਟਲੀ ਡਿਪਰੈਸ਼ਨ ਆਉਂਦਾ, ਕੀ ਬਿਜ਼ਨਸ ਕਰਕੇ ਕੀ ਕਰ ਰਹੇ ਮੈਡਮ, ਕੀ ਕਹਿਣਾ? ਸਤਿ ਸ਼੍ਰੀ ਅਕਾਲ। मैं डॉक्टर प्रियंका कालरा। आई एम अ साइकाइट्रिस्ट एंड डायरैक्टर एंड फाउंडर ऑफ ग्लोबल चाइल्ड वैलनेस सेंटर। मेरे को अजकल डेली बेसिस ते जो पेशेंट्स आ रहे ने वो डिप्रैशन के शिकार ने। उन्होंने बहुत सारे पेशेंट्स नू सुइसाइडल टेंडेंसीज ने या इहो जे विचार आउंदे ने कि मैं अपनी लाइफ नू एंड करदा। मैं तुहाडे नाल विचार साझा करना चाहुंदी हां कि डिप्रैशन एक बहुत ही संगीन बीमारी है। इस तो ਝਕਣਾ ਨਹੀਂ ਚਾਹੀਦਾ। ਜਿਸ ਸਮੇਂ ਇਹੋ ਜਿਹੇ ਵਿਚਾਰ ਆਉਣੇ ਸ਼ੁਰੂ ਹੁੰਦੇ ਨੇ ਉਸ ਸਮੇਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਯੂ ਮਸਟ ਵਿਜ਼ਿਟ ਅ ਸਾਈਕਾਇਟਰਿਸਟ। ਹੈਰਾਨੀ ਦੀ ਗੱਲ ਇਹ ਹੈ ਕਿ ਸਾਨੂੰ ਲੱਗਦਾ ਹੈ ਕਿ ਪੇਸ਼ੈਂਟ ਇੰਨਾ ਬਿਮਾਰ ਹੈ ਕਿ ਉਹਨੇ ਸੁਸਾਈਡ ਬਾਰੇ ਸੋਚ ਲਿਆ, ਪਰ ਇਹਨੂੰ ਰੋਕਣਾ ਔਰ ਇਹਨੂੰ ਹੈਂਡਲ ਕਰਨਾ ਬਹੁਤ ਮੈਨੇਜੇਬਲ ਹੈ ਫॉर ਅ ਸਾਈਕਾਇਟਰਿਸਟ ਹੂ ਇਜ਼ ਐਕਸਪੀਰੀਐਂਸਡ। ਯੂ ਕੈਨ ਰੀਚ ਆਊਟ ਟੂ ਅ ਡਾਕਟਰ, ਦੇ ਵਿਲ ਗਿਵ ਯੂ ਮੈਡੀਸਿਨਸ ਐਂਡ ਵੀ ਆਲਸੋ ਗਿਵ ਥੈਰੇਪੀਜ਼। ਉਹਦੇ ਨਾਲ ਪੇਸ਼ੈਂਟ ਦੀ ਸੋਚ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੁੰਦਾ ਹੈ। ਜੋ ਨਕਾਰਾਤਮਕ ਸੋਚ, ਨਿਹਿਲਿਸਟਿਕ ਥਾਟਸ ਨੇ, ਉਹਨਾਂ ਦੇ ਵਿੱਚ ਬਦਲਾਅ ਆਉਂਦਾ। ਉਹਦੇ ਨਾਲ ਪੇਸ਼ੈਂਟ ਦਾ ਮਨੋਬਲ ਵੱਧਦਾ ਹੈ। ਉਸ ਦੇ ਨਾਲ ਪੇਸ਼ੈਂਟ ਦੀ ਜੋ ਅੰਤਰਾਤਮਾ ਹੈ ਉਹਨੂੰ ਹੈਲਪ ਕਰਦੀ ਹੈ ਕਿ ਉਹ ਆਪਣੇ ਆਪ ਨੂੰ ਹੋਰ ਇੰਪਰੂਵ ਕਰੇ ਤੇ ਇਸ ਤਰ੍ਹਾਂ ਦੇ ਸਟੈਪਸ ਨਾ ਲਵੇ। ਮੇਨ ਕਾਰਨ ਅੱਜ ਕੱਲ੍ਹ ਜੋ ਪ੍ਰੋਬਲਮ ਆ ਰਹੀ ਹੈ ਉਹਦਾ ਹੈਗਾ ਫਾਈਨੈਂਸ਼ੀਅਲ ਸਟ੍ਰੈਸ, ਡੋਮੈਸਟਿਕ ਵਾਇਲੈਂਸ। ਲੋਕੀ ਘਰ ਦੇ ਅੰਦਰ ਬੰਦ ਨੇ। ਅੱਗੇ ਕਿਸੇ ਸਿਚੁਏਸ਼ਨ ਚੋਂ ਬ੍ਰੇਕ ਲੈ ਲੈਂਦੇ ਸੀਗੇ, ਘਰੋਂ ਕਿਤੇ ਬਾਹਰ ਕਿਸੇ ਹੋਰ ਨੂੰ ਮਿਲਣ ਚਲੇ ਜਾਂਦੇ ਸੀਗੇ, ਕਿਤੇ ਘੁੰਮ ਕੇ ਆ ਜਾਂਦੇ ਸੀਗੇ, ਪੈਸੇ ਵੱਲੋਂ ਥੋੜੀ ਰਾਹਤ ਸੀਗੀ। ਉਹ ਸਾਰੀਆਂ ਸਿਚੁਏਸ਼ਨਸ ਇਸ ਟਾਈਮ ਤੇ ਪੋਸੀਬਲ ਨਹੀਂ ਹੈ। ਇਸ ਕਰਕੇ ਇਹ ਕੋਵਿਡ ਪੈਂਡੇਮਿਕ ਦਾ ਕੋਲੈਟਰਲ ਡੈਮੇਜ ਮੈਂ ਸਮਝਦੀ ਹਾਂ ਕਿ ਸੁਇਸਾਈਡਲ ਟੈਂਡੈਂਸੀਜ਼ ਔਰ ਡਿਪਰੈਸ਼ਨ ਦੇ ਫਾਰਮ ਦੇ ਵਿੱਚ ਸਾਨੂੰ ਸਾਹਮਣੇ ਆ ਰਿਹਾ ਹੈ। ਇਹਦੇ ਵਿੱਚ ਮੈਂ ਦੋ ਚੀਜ਼ਾਂ ਸਾਂਝੀਆਂ ਕਰਨਾ ਚਾਹੁੰਦੀ ਹਾਂ। whenever a patient has suicidal tendencies, वो दो तरीके दा है। दो तरीके दा किस तरह? वन इज इंपल्सिव। इंपल्सिव मतलब किसी तैश विच आके, किसी गुस्से दे विच आके, किसी लड़ाई दा पार्ट बन के जदों पेशेंट चाहता है कि वो उस सिचुएशन तो भज जाए या एस्केप कर जाए या गुस्सा शो करे, उस टाइम ते अगर सुइसाइडल स्टेप लिता जाता है, दैट इज वन। बट द सेकेंड वन इज व्हेन द पेशेंट इज डिप्रैस्ड। डिप्रैशन ਦੇ ਵਿੱਚ ਪੇਸ਼ੈਂਟ ਦੇ ਮਨ ਦੇ ਵਿੱਚ ਇਹੋ ਜਿਹੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਆ ਕਿ ਫਿਰ ਵੀ ਕੀ ਹੋ ਗਿਆ ਜੇ ਮੈਂ ਨਹੀਂ ਰਿਹਾ ਤਾਂ ਆਪਣੇ ਆਪ ਸਾਰੀ ਜਾਊਗਾ ਮੇਰੇ ਪਿੱਛੋਂ ਲੋਕਾਂ ਦਾ ਵੀ। ਸੋ ਵੈਨ ਦਿਸ ਕਾਈਂਡ ਆਫ ਥਾਟ ਕਮਸ, देयर इज कैटेगरी कॉल्ड होपलैसनैस। ਜਦੋਂ ਪੇਸ਼ੈਂਟ ਦੇ ਮਨ ਦੇ ਵਿੱਚ ਹੋਪ ਨਹੀਂ ਰਹਿੰਦੀ ਉਦੋਂ ਇਹੋ ਜਿਹੇ ਵਿਚਾਰ ਆਉਂਦੇ ਨੇ ਔਰ ਇਹ ਬਹੁਤ ਸੀਰੀਅਸ ਸਿਚੁਏਸ਼ਨ ਸਾਡੇ ਲਈ ਬਣ ਜਾਂਦੀ ਹੈ। ਉਸ ਸਮੇਂ ਫੈਮਿਲੀ ਦਾ ਉਸ ਪੇਸ਼ੈਂਟ ਨੂੰ ਸਪੋਰਟ ਕਰਨਾ ਬਹੁਤ ਜ਼ਰੂਰੀ ਹੈ। देयर आर अ फ्यू थिंग्स आई वांट टू टेल द फैमिलीज। कोई पेशेंट अगर डिप्रैस्ड है तो उन्होंने बारी बारी इस तरह पुश ना करो कि भी चल तू इधर आ साडे नाल टीवी देख, साडे नाल किते घूमन चल, चल तू बाहर आके कोई काम कर ले, तू काम करेगा तो तेरा काम च मन लगूगा। जो पेशेंट डिप्रैस्ड है ਉਹਦੀ ਅੰਤਰਾਤਮਾ ਕਿਸੇ ਕੰਮ ਨੂੰ ਅਲਾਉ ਨਹੀਂ ਕਰ ਰਹੀ। ਉਸ ਸਮੇਂ ਉਹਨੂੰ ਦਵਾਈ, ਉਹਨੂੰ ਡਾਕਟਰ, ਉਹਨੂੰ ਥੈਰੇਪੀ ਦੀ ਜ਼ਰੂਰਤ ਹੈ। ਉਹ ਕਿਸੇ ਵੀ ਤਰੀਕੇ ਨਾਲ ਆਪਣਾ ਮਨ ਪਰਚਾਵਾ ਕਰਕੇ ਆਪਣੇ ਡਿਪਰੈਸ਼ਨ ਤੋਂ ਬਾਹਰ ਨਹੀਂ ਆ ਸਕਦਾ। ਉਸ ਨੂੰ ਜਿਸ ਚੀਜ਼ ਦੀ ਲੋੜ ਹੈ ਉਹ ਚੀਜ਼ ਲੈ ਕੇ ਦਿਓ। ਜੇ ਤੁਸੀਂ ਆਪਣੇ ਪੇਸ਼ੈਂਟ ਲਈ ਕੰਸਰਨਡ ਹੈਗੇ ਹੋ, ਇਨਸਟੈਡ ਆਫ ਮੇਕਿੰਗ them watch a movie or have a drink or have a cigarette, ask them to go to visit their doctor। ਜਿਹੜੇ ਦੋ ਤਰੀਕੇ ਦੀ ਸੁਇਸਾਈਡਲ ਟੈਂਡੈਂਸੀਜ਼ ਮੈਂ ਡਿਸਕਸ ਕੀਤੀਆਂ, ਇੰਪਲਸਿਵ ਤੇ ਡਿਪਰੈਸ਼ਨ ਵਾਲੀ, ਇਹ ਦੋਨੋਂ ਕੇਸਿਸ ਹੀ ਬਹੁਤ ਸੰਗੀਨ ਹੁੰਦੇ ਨੇ। ਇਹਦੇ ਵਿੱਚ ਕਦੇ ਵੀ ਸਟੈਪ ਲਿਆ ਪੇਸ਼ੈਂਟ ਦੀ ਜਾਨ ਜਾ ਸਕਦੀ ਹੈ। whenever a patient attempts it in the at least once in their life, if the next time they are having these kind of thoughts, it is a cry for help। ਮਾਨੇ ਉਹਨੂੰ ਆਪਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ, ਉਸ ਚੀਜ਼ ਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਹੈ ਔਰ ਟਾਈਮਲੀ ਹੈਲਪ ਲੈ ਕੇ ਦੇਣੀ ਚਾਹੀਦੀ ਹੈ। ਕਿੰਨੇ ਕੁ ਕੇਸ ਜਿਹੜਾ ਗੱਲ ਕਰੀਏ ਇਸ ਕੋਵਿਡ ਦੌਰਾਨ ਜਾਂ ਕੋਵਿਡ ਦਾ ਹੁਣ ਜਿਵੇਂ ਕੁਝ ਰਾਹਤ ਵੀ ਮਿਲੀ ਆ, ਕਾਰੋਬਾਰ ਸ਼ੁਰੂ ਹੋ ਰਹੇ, ਕਿੰਨਾ ਕੇਸ ਵੱਧ ਰਹੇ, ਕਿਹੜੀ ਏਜ ਦੇ ਜ਼ਿਆਦਾ ਲੋਕ ਜਿਹੜੇ ਆ ਰਹੇ ਨੇ ਜਿਨ੍ਹਾਂ ਨੂੰ ਪ੍ਰੋਬਲਮ ਆ ਰਹੀ ਹੈਗੀ ਇਸ ਮਾਮਲੇ ਦੇ ਵਿੱਚ? ਜੋ ਤੁਸੀਂ ਨਿਊਜ਼ਪੇਪਰ ਦੇ ਵਿੱਚ ਪੜ੍ਹਿਆ ਕਿ 100 ਤੋਂ ਵੱਧ ਸੁਇਸਾਈਡਲ ਕੇਸਿਸ ਨੇ,
I would say ਕਿ ਉਹ ਕੇसेस ਅਟੈਂਪਟਡ ਸੁਸਾਈਡ ਦੇ ਨੇ that is still an under reporting. ਇਸ ਤੋਂ ਬਹੁਤ ਜ਼ਿਆਦਾ ਨੰਬਰ ਕੇसेस ਦਾ ਹੈਗਾ ਜਿਨ੍ਹਾਂ ਦੇ ਵਿੱਚ ਨਕਾਰਾਤਮਕ ਸੋਚ ਦੇ ਕਾਰਨ ਸੁਸਾਈਡਲ ਥਾਟਸ ਰੈਗੂਲਰਲੀ ਆ ਰਹੀਆਂ ਨੇ। ਏਜ ਗਰੁੱਪ ਦੀ ਅਗਰ ਅਸੀਂ ਗੱਲ ਕਰੀਏ ਤਾਂ ਏਜ ਗਰੁੱਪ ਦੀ ਅਨਫੋਰਚੂਨੇਟਲੀ देयर इज नो लिमिट। I deal with young people and it has started coming from as young as 14-15 years onwards to 60-70 years also. What is more important is ਜਿੱਦਾਂ ਯੰਗ ਅਡਲਟਸ ਨੇ ਉਹ ਆਪਣੇ ਕਾਲਜਸ 'ਚ ਨਹੀਂ ਜਾ ਪਾ ਰਹੇ, ਫਰੈਂਡਸ ਨੂੰ ਨਹੀਂ ਮਿਲ ਪਾ ਰਹੇ, ਕਿਤੇ ਆਪਣੀ એનર્ਜੀ ਨੂੰ ਰਿਲੀਜ਼ ਨਹੀਂ ਕਰ ਪਾ ਰਹੇ, ਕਿਸੇ ਚੀਜ਼ ਦਾ ਸਟ੍ਰੈਸ ਹੈਗਾ ਤਾਂ ਉਸ ਨੂੰ ਹੈਂਡਲ ਨਹੀਂ ਕਰ ਪਾ ਰਹੇ। ਔਰ ਜੋ ਐਡਲਟਸ ਨੇ ਉਹਨਾਂ ਦੇ ਕੰਮਕਾਰ ਆਲਦੋ ਰਾਹਤ ਮਿਲੀ ਹੈ ਪਰ ਪੂਰੀ ਤਰ੍ਹਾਂ ਰਾਹਤ ਨਹੀਂ ਹੈ। ਇਕਨੋਮਿਕ ਸਟ੍ਰੈਸ ਬੈਕਲੌਗ ਹਾਲੇ ਵੀ ਹੈ ਜਿਹਦੇ ਕਰਕੇ ਉਹ ਆਪਣੀ ਸਿਚੁਏਸ਼ਨ ਕੰਮ ਕਰਦੇ ਹੋਏ ਵੀ ਆਪਣੇ ਆਪ ਨੂੰ ਇੰਨਾ ਜ਼ਿਆਦਾ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਸਮਝ ਰਹੇ ਐਂਡ ਐਵਰੀਬਡੀ ਇਜ਼ ਇਨਕਰਿੰਗ losses whether it is emotional loss whether it is financial loss, so there is the stress is there. What we have to realize as humanity is that ਅਸੀਂ normal situations ਨਹੀਂ ਹੈਗੇ, we are in a crisis and we are facing this crisis after 100 years. So in this crisis we need to up our guard. By that I mean ਜੇ ਤੁਹਾਨੂੰ ਕਿਸੇ ਵੀ ਤਰੀਕੇ ਦੀ ਹੈਲਪ ਦੀ ਜ਼ਰੂਰਤ ਹੈ ਤੁਸੀਂ ਉਸ ਤੋਂ ਹੈਜ਼ਿਟੇਟ ਨਾ ਕਰੋ, ਉਹਨੂੰ ਲੈ ਲਓ। ਬਹੁਤ ਸਾਰੇ ਲੋਕ ਝੱਕ ਜਾਂਦੇ ਨੇ ਕਿ ਅਸੀਂ ਸਾਈਕਾਇਟ੍ਰਿਸਟ ਕੋਲ ਜਾ ਰਹੇ ਹਾਂ, ਅਸੀਂ ਪਾਗਲ ਥੋੜੀ ਹਾਂ ਜਾਂ ਸਾਨੂੰ ਕੋਈ ਦਿਮਾਗੀ ਬਿਮਾਰੀ ਥੋੜੀ ਹੈ। ਹੈਵਿੰਗ ਦਿਸ ਥਾਟ ਕਿ ਹਾਂ ਮੇਰਾ ਮਨ ਕਨਸਟੈਂਟਲੀ ਖੁਸ਼ ਨਹੀਂ ਰਹਿ ਰਿਹਾ, ਚਿੜਚਿੜਾਪਨ ਹੈ, ਉਦਾਸੀ ਹੈ, ਨੀਂਦ ਨਹੀਂ ਆ ਰਹੀ, ਭੁੱਖ ਨਹੀਂ ਲੱਗ ਰਹੀ, ਕੋਈ ਡਿਸੀਜਨ ਲੈਣਾ ਉਹਦੇ ਲਈ ਸੋਚਿਆ ਨਹੀਂ ਜਾ ਰਿਹਾ ਕਿ ਸਹੀ ਹੈ ਕਿ ਗਲਤ ਹੈ। ਜਦੋਂ ਇਸ ਤਰ੍ਹਾਂ ਦੇ ਵਿਚਾਰ ਆਉਣੇ ਸ਼ੁਰੂ ਹੁੰਦੇ ਨੇ ਉਸ ਸਮੇਂ ਬਹੁਤ ਜ਼ਰੂਰੀ ਹੈ ਕਿ ਉਸੇ ਸਮੇਂ ਹੈਲਪ ਲਓ। ਟਾਈਮ ਨਾਲ ਹੈਲਪ ਲਈ ਅੱਗੇ ਤੱਕ ਜਾ ਕੇ ਤੁਹਾਡੀ ਹੈਲਥ ਨੂੰ ਹੈਲਪ ਕਰੇਗੀ। ਬਿਲਕੁਲ, ਸਾਨੂੰ ਡਾਕਟਰ ਪ੍ਰਿੰਕਾ ਕਲਣਾ ਨੇ ਦੱਸਿਆ ਕਿਸ ਤਰ੍ਹਾਂ ਨਾਲ ਅਸੀਂ ਇਸ ਸਟ੍ਰੈਸ ਤੋਂ ਬਚ ਸਕਦੇ ਹਾਂ, ਕਿਸ ਤਰ੍ਹਾਂ ਨਾਲ ਜਿਹੜੇ ਇਹ ਲਗਾਤਾਰ ਸੁਸਾਈਡ ਦੇ ਕੇਸ ਵੱਧ ਰਹੇ ਨੇ ਉਹਨੂੰ ਰੋਕਿਆ ਜਾ ਸਕਦਾ। ਜੇਕਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਆ ਤਾਂ ਉਹ ਆਪਣੇ ਡਾਕਟਰ ਨੂੰ ਸੰਪਰਕ ਕਰੇ, ਆਪਣੇ ਪਰਿਵਾਰ ਵਾਲਿਆਂ ਨੂੰ ਦੱਸੇ ਤਾਂ ਜੋ ਇਸ ਸੁਸਾਈਡ ਦੇ ਜਿਹੜੇ ਕੇਸ ਵੱਧ ਰਹੇ ਕੇਸ ਨੇ ਉਹਨਾਂ ਤੋਂ ਬਚਿਆ ਜਾ ਸਕੇ। ਲੁਧਿਆਣਾ ਤੋਂ ਕੈਮਰਾ ਪਰਸਨ ਰੋਹਿਤ ਦੇ ਨਾਲ ਤਰਸੇਮ ਭਾਟੀਆ।